ਤੁਹਾਡਾ ਸਵਾਗਤ ਹੈ। ਇਹ ਹੈ ਲੈਕਚਰ ਨੰਬਰ 33 ਅਤੇ ਅੱਜ ਅਸੀਂ ਦੁਬਾਰਾ ਇਸ ਡਬਲ ਇੰਟੀਗਰਲਸ ਨੂੰ ਜਾਰੀ ਰੱਖਾਂਗੇ ਪਰ ਸਰਫੇਸ ਏਰੀਆ ਦੀ ਸਰਫੇਸ ਕੰਪਿਊਟੇਸ਼ਨ ਦੀ ਇੱਕ ਵਿਸ਼ੇਸ਼ ਐਪਲੀਕੇਸ਼ਨ ਦੇ ਨਾਲ। ਪਰ ਇੱਕ ਵਿਸ਼ੇਸ਼ ਐਪਲੀਕੇਸ਼ਨ ਤੋਂ ਸਰਫੇਸ ਏਰੀਆ ਦੀ ਸਰਫੇਸ ਕੰਪਿਊਟੇਸ਼ਨ। ਤਾਂ ਅਸੀਂ ਪਹਿਲਾਂ ਹੀ ਵੋਲਿਊਮ ਨੂੰ ਕੰਪਿਊਟ ਕਰਨ ਲਈ ਡਬਲ ਇੰਟੀਗਰਲਸ ਦੀਆਂ ਐਪਲੀਕੇਸ਼ਨਸ ਨੂੰ ਦੇਖ ਲਿਆ ਹੈ ਉਦਾਹਰਣ ਵਜੋਂ, ਅਤੇ ਡੋਮੇਨ ਦੇ ਇੰਟੀਗਰੇਸ਼ਨ ਦਾ ਏਰੀਆ ਵੀ। ਅਤੇ ਅੱਜ ਅਸੀਂ ਸਰਫੇਸ ਏਰੀਆ ਦੇ ਕੰਪਿਊਟੇਸ਼ਨ ਲਈ ਸਾਡੀ ਚਰਚਾ ਨੂੰ ਕੰਟੀਨਿਊ ਰੱਖਾਂਗੇ। ਇਸ ਲਈ ਯਾਦ ਕਰੋ ਕਿ ਅਸੀਂ ਸਿੰਗਲ ਇੰਟੀਗਰਲ ਦੇ ਮਾਮਲੇ ਵਿੱਚ ਕਰਵ ਲੈਂਥ ਨੂੰ ਕਿਵੇਂ ਕੰਪਿਊਟ ਕਰਦੇ ਹਾਂ। ਉਦਾਹਰਣ ਲਈ ਮੰਨ ਲਓ ਕਿ ਸਾਡੇ ਕੋਲ ਇੱਥੇ ਕਰਵ ਹੈ ਜਾਂ ਫੰਕਸ਼ਨ ਹੈ ਜੋ ਹੈ f(x). ਇਸ ਲਈ ਇਹ x ਐਕਸਿਸ ਹੈ ਅਤੇ ਫਿਰ ਇੱਥੇ ਸਾਡੇ ਕੋਲ y ਐਕਸਿਸ ਹੈ ਅਤੇ ਇਹ ਫੰਕਸ਼ਨ f(x) ਹੈ ਜੋ x ਦੀਆਂ ਵੈਲਿਊਜ਼ ਦੇ ਸੰਬੰਧ ਵਿੱਚ ਹੈ। ਅਤੇ ਫਿਰ ਅਸੀਂ ਸਾਰੇ ਡੋਮੇਨ ਨੂੰ a ਤੋਂ b ਨੂੰ xi ਤੋਂ xi ਪਲਸ ਇੱਕ ਇੰਟਰਵਲ ਦੇ ਛੋਟੇ ਟੁਕੜਿਆਂ ਵਿੱਚ ਡਿਵਾਈਡ ਕਰਦੇ ਹਾਂ। ਇਹ ਇੱਕ ਇੰਟਰਵਲ ਹੈ ਜੋ ਇੱਥੇ ਦਿਖਾਇਆ ਗਿਆ ਹੈ। ਪਰ ਅਸੀਂ ਇਸ ਸਾਰੇ ਡੋਮੇਨ a to b ਨੂੰ ਅਜਿਹੇ n ਇੰਟਰਵਲਸ ਵਿੱਚ ਡਿਸਕ੍ਰਿਟਾਈਜ਼ ਕੀਤਾ ਹੈ। ਅਤੇ ਆਓ ਅਸੀਂ ਇਸ ਪੁਆਇੰਟ xi ਨੂੰ ਕੰਸੀਡਰ ਕਰਦੇ ਹਾਂ ਜੋ ਇਸ xi ਤੋਂ xi ਪਲਸ ਇੱਕ ਇੰਟਰਵਲ ਵਿੱਚ ਹੈ ਅਤੇ ਇਸ xi ਪੁਆਇੰਟ ਦੇ ਅਨੁਸਾਰੀ ਅਸੀਂ ਇੱਥੇ ਇਸ ਪੁਆਇੰਟ ਤੇ ਟੈਂਜੈਂਟ ਬਣਾਉਂਦੇ ਹਾਂ ਇੱਥੇ ਜਿਸ ਨੂੰ xi ਅਤੇ f(xi) ਦੁਆਰਾ ਦਿੱਤਾ ਗਿਆ ਹੈ। ਅਤੇ ਇਹ ਟੈਂਜੈਂਟ ਇਸ ਟੈਂਜੈਂਟ ਦੀ ਲੈਂਥ ਜੇਕਰ ਅਸੀਂ ਇਹਨਾਂ ਸਾਰੇ ਇੰਟਰਵਲਸ ਨੂੰ ਜੋੜਦੇ ਹਾਂ ਅਤੇ ਬਾਅਦ ਵਿੱਚ ਅਸੀਂ ਲਿਮਿਟ ਲੈਂਦੇ ਹਾਂ। ਜਿਵੇਂ ਹੀ ਇਹਨਾਂ ਇੰਟਰਵਲਸ ਦੀ ਚੌੜਾਈ goes to 0 ਹੁੰਦੀ ਹੈ, ਉਸ ਮਾਮਲੇ ਵਿੱਚ ਅਸੀਂ ਆਖਿਰਕਾਰ ਕਰਵ ਲੈਂਥ ਪ੍ਰਾਪਤ ਕਰਾਂਗੇ। ਇਸ ਲਈ ਸੁਝਾਅ ਇਹ ਹੈ, ਇੱਥੇ ਸਿਰਫ ਟੈਂਜੈਂਟ ਦਾ ਇਹ ਹਿੱਸਾ ਦਿਖਾਇਆ ਗਿਆ ਹੈ ਕਿ ਤਾਂ ਇਹ ਟੈਂਜੈਂਟ ਲਾਈਨ ਹੈ xi ਪੁਆਇੰਟ ਤੇ ਅਤੇ ਇਹ ਇੱਥੇ ਡੈਲਟਾ xi ਇੰਟਰਵਲ ਲੈਂਥ ਹੈ। ਅਤੇ ਇਹ ਮੰਨ ਲਓ ਕਿ ਉਹ ਐਂਗਲ ਹੈ ਜੋ ਟੈਂਜੈਂਟ x ਐਕਸਿਸ ਦੇ ਨਾਲ ਬਣਾਉਂਦਾ ਹੈ ਤਾਂ ਅਸੀਂ ਇਸ ਨੂੰ ਥੀਟਾ ਦੁਆਰਾ ਡਿਨੋਟ ਕੀਤਾ ਹੈ। ਇਸ ਲਈ ਸਾਡੇ ਕੋਲ ਇੱਥੇ ਇਹ ਲੈਂਥ ਹੈ ਡੈਲਟਾ li। ਇਹ ਲੈਂਥ ਇੱਥੇ ਬੇਸ ਵਿੱਚ ਡੈਲਟਾ xi ਹੈ ਅਤੇ ਇਹ ਐਂਗਲ ਥੀਟਾ ਹੈ। ਹੁਣ ਕਰਵ ਦੀ ਲੈਂਥ L। ਇਸ ਲਈ ਇਹ ਇੱਥੇ L ਸਾਡਾ ਕਰਵ ਹੈ ਅਤੇ ਇਸ ਕਰਵ ਦੀ ਲੈਂਥ L ਦਿੱਤੀ ਜਾਵੇਗੀ ਜਦੋਂ ਅਸੀਂ ਇਹਨਾਂ ਸਾਰਿਆਂ ਟੈਂਜੈਂਟਸ ਦੇ ਪਾਰਟਸ ਦਾ ਜੋੜ ਕਰਦੇ ਹਾਂ ਅਤੇ ਫਿਰ ਲਿਮਿਟ ਲੈਂਦੇ ਹਾਂ ਕਿਉਂਕਿ ਜੇਕਰ ਤੁਸੀਂ ਲਿਮਿਟ ਨਹੀਂ ਲੈਂਦੇ ਤਾਂ ਸਾਡੇ ਕੋਲ ਐਰਰ ਹੈ ਕਿਉਂਕਿ ਇਹ ਟੈਂਜੈਂਟ ਇਸ ਇੰਟਰਵਲ ਡੈਲਟਾ xi ਵਿੱਚ ਕਰਵ ਨੂੰ ਨਹੀਂ ਦਰਸਾਉਂਦੀ ਪਰ ਜਦੋਂ ਇਹ ਡੈਲਟਾ xi goes to 0 ਹੁੰਦਾ ਹੈ, ਆਖਰਕਾਰ ਅਸੀਂ ਇਸ ਦੀ ਲੈਂਥ ਕਰਵ a ਤੋਂ b ਕੈਲਕੂਲੇਟ ਕਰਾਂਗੇ। ਇਸ ਲਈ ਅਸੀਂ ਇਸ ਲਿਮਿਟ ਨੂੰ i1 ਤੋਂ n ਪ੍ਰਾਪਤ ਕਰਨਾ ਚਾਹੁੰਦੇ ਹਾਂ। ਮੈਂ ਇਹ ਡੈਲਟਾ li ਤੇ ਸਮ ਅਪ ਹੋ ਗਿਆ ਅਤੇ ਫਿਰ ਲਿਮਿਟ n goes to infinity ਹੈ। ਅਤੇ ਹੁਣ ਇਸ ਡੈਲਟਾ li ਨੂੰ ਅਸੀਂ xi ਅਤੇ ਫੰਕਸ਼ਨ f ਦੇ ਟਰਮਜ਼ ਵਿੱਚ ਲਿਖਾਂਗੇ। ਤਾਂ ਇਸ ਤ੍ਰਿਕੋਣ ਤੋਂ ਦੇ ਸਾਡੇ ਕੋਲ ਰਿਲੇਸ਼ਨ ਹੈ। ਇਹ cos ਥੀਟਾ ਹੈ ਡੈਲਟਾ xi ਬਟਾ ਡੈਲਟਾ li ਜੋ ਇੱਥੇ ਦਿੱਤਾ ਗਿਆ ਹੈ ਡੈਲਟਾ xi ਬਟਾ ਡੈਲਟਾ li cos ਥੀਟਾ ਹੈ। ਜਾਂ ਅਸੀਂ ਇੱਥੋਂ ਪ੍ਰਾਪਤ ਕਰ ਸਕਦੇ ਹਾਂ ਕਿ ਇਹ ਡੈਲਟਾ li ਕੁਝ ਨਹੀਂ ਪਰ 1 ਬਟਾ cos ਥੀਟਾ ਅਤੇ ਡੈਲਟਾ xi ਹੈ। ਤਾਂ ਇਹ cos ਥੀਟਾ ਦੁਬਾਰਾ ਇਸ ਟ੍ਰਿਗਨੋਮੈਟ੍ਰਿਕ ਇਕੁਆਲਿਟੀ ਤੋਂ ਸਾਡੇ ਕੋਲ ਹੈ cos ਥੀਟਾ ਬਰਾਬਰ ਹੈ 1 ਬਟਾ ਸਕੁਏਰ ਰੂਟ 1 ਪਲਸ tan ਸਕੁਏਰ ਥੀਟਾ। ਤਾਂ ਇਹ 1 ਬਟਾ ਸਕੁਏਰ ਰੂਟ 1 ਪਲਸ tan ਸਕੁਏਰ ਥੀਟਾ ਹੋਰ ਕੁਝ ਵੀ ਨਹੀਂ ਹੈ ਪਰ cos ਥੀਟਾ ਹੈ ਕਿਉਂਕਿ ਸਾਡੇ ਕੋਲ ਹੈ 1 ਬਟਾ ਅਤੇ ਫਿਰ ਸਕੁਏਰ ਰੂਟ 1 ਪਲਸ ਇਸ ਨੂੰ ਅਸੀਂ sin ਸਕੁਏਰ ਥੀਟਾ ਬਟਾ ਇਹ cos ਸਕੁਏਰ ਥੀਟਾ ਲਿਖ ਸਕਦੇ ਹਾਂ। ਤਾਂ cos ਸਕੁਏਰ ਥੀਟਾ ਅਤੇ sin ਸਕੁਏਰ ਥੀਟਾ 1 ਹੋਵੇਗਾ ਅਤੇ ਇਹ cos ਸਕੁਏਰ ਥੀਟਾ ਨਿਊਮਰੇਟਰ ਤੇ ਚਲਾ ਜਾਵੇਗਾ। ਇਸ ਲਈ ਸਿਰਫ ਇਸ cos ਥੀਟਾ ਬਚ ਜਾਵੇਗਾ। ਇਸ ਲਈ ਇੱਥੇ ਇਹ ਇਕੁਆਲਿਟੀ cos ਥੀਟਾ ਬਰਾਬਰ ਹੈ 1 ਬਟਾ ਸਕੁਏਰ ਰੂਟ 1 ਪਲਸ tan ਸਕੁਏਰ ਥੀਟਾ।
ਅਸੀਂ ਇਸ ਨੂੰ ਦੁਬਾਰਾ ਇੱਥੇ ਪ੍ਰਾਪਤ ਕਰ ਸਕਦੇ ਹਾਂ 1/cos ਥੀਟਾ। ਤਾਂ ਜੇਕਰ ਤੁਸੀਂ ਇੱਥੇ ਦੁਬਾਰਾ ਲਿਖੋ, ਇਸ ਨੂੰ ਇਨਵਰਟ ਕਰਕੇ ਲਿਖਦੇ ਹੋ ਤਾਂ ਸਾਨੂੰ ਇਹ 1/cos ਥੀਟਾ ਮਿਲੇਗਾ, ਜੋ ਬਰਾਬਰ ਹੈ ਸਕੁਏਅਰ ਰੂਟ 1 ਪਲੱਸ tan ਸਕੁਏਅਰ ਥੀਟਾ, ਅਤੇ ਇਹ ਟੈਨਜੈਂਟ ਥੀਟਾ। ਇਸ ਲਈ ਥੀਟਾ ਉਹ ਐਂਗਲ ਹੈ ਜੋ ਇਹ ਟੈਨਜੈਂਟ x ਐਕਸਿਸ ਨਾਲ ਬਣਾਉਂਦਾ ਹੈ। ਤਾਂ ਇਹ ਕੁਝ ਵੀ ਨਹੀਂ ਪਰ tan ਥੀਟਾ ਫਸਟ ਡੈਰੀਵੇਟਿਵ ਹੈ, ਜੋ ਫਸਟ ਡੈਰੀਵੇਟਿਵ ਦੀ ਜਿਓਮੈਟ੍ਰੀਕਲ ਇੰਟਰਪ੍ਰੀਟੇਸ਼ਨ ਹੈ। ਇਸ ਲਈ ਇਹ tan ਥੀਟਾ ਇੱਥੇ ਉਸ ਪੁਆਇੰਟ i ਤੇ ਫਸਟ ਡੈਰੀਵੇਟਿਵ ਹੈ। ਤਾਂ ਅਸੀਂ ਇੱਥੇ ਇਸ tan ਥੀਟਾ ਨੂੰ i ਤੇ ਫਸਟ ਡੈਰੀਵੇਟਿਵ ਨਾਲ ਬਦਲ ਦਿੱਤਾ ਹੈ, ਅਤੇ ਇਹ ਹੋਲ ਸਕੁਏਅਰ। ਹੁਣ ਇਹਨਾਂ ਦੋ ਰਿਲੇਸ਼ਨਸ ਵਿੱਚੋਂ ਅਸੀਂ 1/cos ਥੀਟਾ ਨੂੰ ਹਟਾ ਸਕਦੇ ਹਾਂ ਅਤੇ ਅਸੀਂ ਪ੍ਰਾਪਤ ਕਰਦੇ ਹਾਂ ਇਹ ਡੈਲਟਾ Li ਬਰਾਬਰ ਹੈ 1/cos ਥੀਟਾ ਨੂੰ ਇਸ 1 ਪਲੱਸ f ਪ੍ਰਾਈਮ i ਅਤੇ ਇਸ ਹੋਲ ਸਕੁਏਅਰ ਦੁਆਰਾ ਬਦਲ ਦਿੱਤਾ ਜਾਵੇਗਾ ਅਤੇ ਫਿਰ ਸਾਡੇ ਕੋਲ ਇੱਥੇ ਡੈਲਟਾ xi ਹੈ। ਇਸ ਲਈ ਇਹ ਡੈਲਟਾ Li ਨੂੰ ਇੱਥੇ ਸਮੇਸ਼ਨ ਵਿੱਚ ਅਸੀਂ 1 ਪਲੱਸ f ਪ੍ਰਾਈਮ i ਦੇ ਸਕੁਏਅਰ ਰੂਟ ਅਤੇ ਇਸ ਡੈਲਟਾ xi ਨਾਲ ਮਲਟੀਪਲਾਈਡ ਨਾਲ ਬਦਲਾਂਗੇ। ਤਾਂ ਹੁਣ ਅਜਿਹਾ ਕਰਨ ਤੇ ਸਾਨੂੰ ਇਹ ਪ੍ਰਾਪਤ ਹੋਵੇਗਾ L ਬਰਾਬਰ ਹੈ ਇਹ ਲਿਮਿਟ i 1 ਤੋਂ n, ਅਤੇ ਇਸ ਡੈਲਟਾ Li ਨੂੰ ਡੈਲਟਾ x ਦੀ ਟਰਮਸ ਵਿੱਚ ਬਦਲਿਆ ਜਾ ਸਕਦਾ ਹੈ ਅਤੇ ਫੰਕਸ਼ਨ f ਦਿੱਤਾ ਗਿਆ ਹੈ। ਇਸ ਲਈ 1 ਪਲੱਸ f ਪ੍ਰਾਈਮ i ਹੋਲ ਸਕੁਏਅਰ ਡੈਲਟਾ xi, ਅਤੇ ਹੁਣ ਅਸੀਂ ਇਸ ਨੂੰ ਪਹਿਲਾਂ ਸਿੱਖੀ ਪਰਿਭਾਸ਼ਾ ਦੇ ਅਨੁਸਾਰ ਇਸ ਨੂੰ ਇੰਟੀਗਰਲ ਦੇ ਟਰਮਸ ਵਿੱਚ ਲਿਖਾਂਗੇ। ਇਸ ਲਈ ਜੇਕਰ ਇਹ ਲਿਮਿਟ ਐਗਜ਼ਿਸਟ ਕਰਦੀ ਹੈ, ਤਾਂ ਅਸੀਂ ਅਸਲ ਵਿੱਚ ਇਸ ਨੂੰ a ਤੋਂ b ਇੰਟੀਗਰਲ ਦੀ ਟਰਮਸ ਵਿੱਚ ਦਰਸਾ ਜਾਂ ਡਿਨੋਟ ਕਰ ਸਕਦੇ ਹਾਂ ਡੋਮੇਨ a ਤੋਂ b, ਅਤੇ ਇਹ ਸਕੁਏਅਰ ਰੂਟ 1 ਅਤੇ ਫਸਟ ਡੈਰੀਵੇਟਿਵ f ਹੋਲ ਸਕੁਏਅਰ ਅਤੇ dx ਹੈ। ਇਸ ਲਈ ਇੱਥੇ ਇਹ ਇੰਟੀਗਰਲ a ਤੋਂ b ਅਤੇ ਸਕੁਏਅਰ ਰੂਟ 1 ਪਲੱਸ f ਪ੍ਰਾਈਮ ਸਕੁਏਅਰ dx ਸਾਨੂੰ ਇਸ ਕਰਵ ਦੀ ਕਰਵ ਲੈਂਥ ਦੇਵੇਗਾ, ਜੋ ਕਿ ਫੰਕਸ਼ਨ f ਦੁਆਰਾ a ਤੋਂ b ਦੀ ਰੇਂਜ ਵਿੱਚ ਦਿੱਤਾ ਗਿਆ ਹੈ। ਤਾਂ ਅਸੀਂ ਸਿੱਖਿਆ ਹੈ ਕਿ ਕਰਵ ਲੈਂਥ ਦੇ ਮਾਮਲੇ ਵਿੱਚ ਫਾਰਮੂਲਾ ਹੈ ਸਕੁਏਅਰ ਰੂਟ 1 ਪਲੱਸ ਅਤੇ ਇਹ ਡੈਰੀਵੇਟਿਵ ਹੋਲ ਸਕੁਏਅਰ। ਇਸ ਦੇ ਐਕਸਟੈਂਸ਼ਨ ਦੀ ਵਰਤੋਂ ਅਸੀਂ ਸਰਫੇਸ ਨੂੰ ਕੰਪਿਊਟ ਕਰਨ ਲਈ ਕਰਾਂਗੇ, ਜਿੱਥੇ ਟੈਨਜੈਂਟ ਲਾਈਨ ਦੀ ਬਜਾਏ ਸਾਡੇ ਕੋਲ ਟੈਨਜੈਂਟ ਪਲੇਨ ਦੀ ਧਾਰਨਾ ਹੋਵੇਗੀ, ਅਤੇ ਇੱਥੇ ਅਸੀਂ ਟੈਨਜੈਂਟ ਦੇ ਟੁਕੜੇ ਲਏ ਹਨ ਅਤੇ ਫਿਰ ਅਸੀਂ ਲਿਮਿਟ ਨੂੰ ਲੈ ਕੇ ਉਹਨਾਂ ਨੂੰ ਜੋੜਿਆ ਹੈ। ਸਾਨੂੰ 2 ਡਾਇਮੈਂਸ਼ਨਲ ਦੇ ਕੇਸ ਵਿੱਚ ਕਰਵ ਲੈਂਥ ਮਿਲੀ, ਸਾਡੇ ਕੋਲ ਉੱਥੇ ਸਰਫੇਸ ਹੈ ਅਤੇ ਅਸੀਂ ਟੈਨਜੈਂਟ ਪਲੇਨ ਜਾਂ ਟੈਨਜੈਂਟ ਪਲੇਨ ਦੇ ਟੁਕੜੇ ਲਵਾਂਗੇ, ਅਤੇ ਫਿਰ ਅਸੀਂ ਉਹਨਾਂ ਟੁਕੜਿਆਂ ਨੂੰ ਜੋੜਾਂਗੇ ਅਤੇ ਫਿਰ ਮੂਲ ਰੂਪ ਵਿੱਚ ਲਿਮਿਟ ਨੂੰ ਲੈ ਕੇ ਅਸੀਂ ਸਰਫੇਸ ਦਾ ਸਰਫੇਸ ਏਰੀਆ ਪ੍ਰਾਪਤ ਕਰਾਂਗੇ। ਇਸ ਲਈ ਇਹ ਇਸ ਦਾ ਟ੍ਰਿਵੀਅਲ ਐਕਸਟੈਂਸ਼ਨ ਹੈ। ਅਸੀਂ ਫਾਰਮਲ ਪ੍ਰੂਫ ਨਹੀਂ ਦੇਖਾਂਗੇ, ਪਰ ਜੇਕਰ ਤੁਸੀਂ ਇੱਥੇ ਇਸ ਧਾਰਨਾ ਨੂੰ ਸਮਝ ਗਏ ਹੋ ਕਿ ਇਸ ਇੱਕ ਵੇਰੀਏਬਲ ਦੇ ਕੇਸ ਵਿੱਚ ਇੰਟੀਗਰਲ ਜੋ ਕਰਵ ਲੈਂਥ ਨੂੰ ਕੰਪਿਊਟ ਕਰਦਾ ਹੈ ਉਸ ਨੂੰ ਇਸ ਤਰ੍ਹਾਂ ਦਿੱਤਾ ਜਾਂਦਾ ਹੈ ਸਕੁਏਅਰ ਰੂਟ 1 ਪਲੱਸ ਇਹ f ਪ੍ਰਾਈਮ ਸਕੁਏਅਰ dx। ਅਸੀਂ ਸਰਫੇਸ ਏਰੀਆ ਦੀ ਕੰਪਿਊਟੇਸ਼ਨ ਲਈ ਬਸ ਇੱਥੇ ਇੱਕ ਐਕਸਟੈਂਸ਼ਨ ਬਣਾਵਾਂਗੇ। ਤਾਂ ਕਰਵ ਲੈਂਥ ਲਈ ਅਸੀਂ ਬਸ ਦੇਖਿਆ ਹੈ ਕਿ ਫਾਰਮੂਲਾ a ਤੋਂ b ਸੀ, ਤਾਂ ਡੋਮੇਨ ਤੇ ਅਸੀਂ ਇਸ ਇੰਟੀਗਰੈਂਟ ਨੂੰ ਇੰਟੀਗ੍ਰੇਟ ਕਰ ਰਹੇ ਹਾਂ, ਜੋ ਕਿ ਇਸ ਦਾ 1 ਪਲੱਸ f ਪ੍ਰਾਈਮ ਇਸ ਦਾ ਸਕੁਏਅਰ ਰੂਟ ਸੀ। ਸਰਫੇਸ ਦੇ ਕੇਸ ਵਿੱਚ ਜਦੋਂ ਸਾਡੇ ਕੋਲ ਫੰਕਸ਼ਨ ਹੈ z ਬਰਾਬਰ ਹੈ f(x, y), ਇੱਥੇ ਸਰਫੇਸ ਦਿੱਤਾ ਗਿਆ ਹੈ z ਬਰਾਬਰ ਹੈ f(x, y), ਤਾਂ ਇਹ ਇੱਥੇ ਸਰਫੇਸ ਹੈ। ਅਤੇ ਹੁਣ ਅਸੀਂ ਉਸੇ ਤਰ੍ਹਾਂ ਸਰਫੇਸ ਏਰੀਆ ਦੁਬਾਰਾ ਪ੍ਰਾਪਤ ਕਰ ਸਕਦੇ ਹਾਂ, ਜਿਵੇਂ ਸਾਡੇ ਕੋਲ 1 ਡਿਮੈਂਸ਼ਨਲ ਕੇਸ ਲਈ ਸੀ। ਸਾਡੇ ਕੋਲ ਡਬਲ ਇੰਟੀਗਰਲ ਹੈ। ਅਸੀਂ ਚਰਚਾ ਕਰਾਂਗੇ ਕਿ ਹੁਣ ਇੱਥੇ ਡੋਮੇਨ ਕੀ ਹੈ। ਸਕੁਏਅਰ ਰੂਟ ਅਸੀਂ ਲਵਾਂਗੇ 1 ਪਲੱਸ ਇੱਥੇ ਇਸ ਦੀ ਤਰ੍ਹਾਂ ਹੀ ਸਾਡੇ ਕੋਲ ਇੱਥੇ ਵੀ ਡੈਰੀਵੇਟਿਵ ਹੈ, ਸਾਡੇ ਕੋਲ ਫਸਟ ਆਰਡਰ ਪਾਰਸ਼ਲ ਡੈਰੀਵੇਟਿਵ ਹੈ। ਇਸ ਲਈ ਦਿੱਤੇ ਗਏ ਫੰਕਸ਼ਨ ਦਾ ਫਸਟ ਪਾਰਸ਼ਲ ਡੈਰੀਵੇਟਿਵ ਵਿਦ ਰਿਸਪੈਕਟ ਟੂ x ਹੋਲ ਸਕੁਏਅਰ ਪਲੱਸ ਪਾਰਸ਼ਲ ਡੈਰੀਵੇਟਿਵ ਵਿਦ ਰਿਸਪੈਕਟ ਟੂ y ਹੋਲ ਸਕੁਏਅਰ, ਅਤੇ ਫਿਰ ਅਸੀਂ ਇਹ ਇੰਟੀਗਰੈਂਟ ਨੂੰ ਉਸ ਡੋਮੇਨ ਤੇ ਇੰਟੀਗਰੇਟ ਕਰਦੇ ਹਾਂ ਜੋ ਕਿ xy ਪਲੇਨ ਵਿੱਚ ਹੈ, ਅਤੇ ਇਹ ਹੋਰ ਕੁਝ ਨਹੀਂ ਪਰ xy ਪਲੇਨ ਵਿੱਚ ਸਰਫੇਸ ਦਾ ਪ੍ਰੋਜੈਕਸ਼ਨ ਹੈ। ਇਸ ਲਈ ਸਾਡੇ ਕੋਲ z ਐਕਸਿਸ ਤੇ ਕੁਝ ਸਰਫੇਸ ਦਿੱਤਾ ਗਿਆ ਹੈ, ਅਤੇ ਜੇਕਰ ਅਸੀਂ ਉਸ ਸਰਫੇਸ ਨੂੰ ਇਸ xy ਪਲੇਨ ਵਿੱਚ ਪ੍ਰੋਜੈਕਟ ਕਰਦੇ ਹਾਂ ਤਾਂ dxy ਪਲੇਨ
ਵਿੱਚ ਬਿਲਕੁਲ ਉਹੀ ਡੋਮੇਨ ਹੋਵੇਗਾ, ਇਸ ਲਈ dxy ਪਲੇਨ ਵਿੱਚ ਸਰਫੇਸ ਦਾ ਪ੍ਰੋਜੈਕਸ਼ਨ ਹੈ। ਅਤੇ ਇਸੇ ਤਰ੍ਹਾਂ ਕਿਉਂਕਿ ਅਸੀਂ ਇਹ ਇਕੁਏਸ਼ਨ ਉਦੋਂ ਤਿਆਰ ਕੀਤਾ ਹੈ ਜਦੋਂ ਫੰਕਸ਼ਨ ਦਿੱਤਾ ਗਿਆ ਸੀ ਇਹ z ਬਰਾਬਰ ਹੈ xy ਦਾ ਫੰਕਸ਼ਨ। ਅਤੇ ਇੱਥੇ ਸਾਨੂੰ ਇਹ ਨੋਟ ਕਰਨਾ ਚਾਹੀਦਾ ਹੈ ਕਿ ਪਾਰਸ਼ਲ ਡੈਰੀਵੇਟਿਵ x ਅਤੇ y ਦੇ ਸੰਬੰਧ ਵਿੱਚ ਲਏ ਗਏ ਸਨ ਜੋ ਨੈਚੁਰਲ ਸੀ, ਅਤੇ ਉਦਾਹਰਨ ਲਈ ਜੇਕਰ ਫੰਕਸ਼ਨ ਦਿੱਤਾ ਗਿਆ ਹੈ x ਬਰਾਬਰ ਹੈ μ yz ਜਾਂ y ਬਰਾਬਰ ਹੈ psi xz, ਉਸ ਕੇਸ ਵਿੱਚ ਫਾਰਮੂਲਾ ਬਦਲ ਜਾਵੇਗਾ। ਸਪਸ਼ਟ ਹੈ ਕਿ ਇਸ ਕੇਸ ਵਿੱਚ x y ਅਤੇ z ਦੇ ਫੰਕਸ਼ਨ ਦੇ ਇਕੁਅਲ ਹੈ ਤਾਂ y ਅਤੇ z ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵ ਆਉਣਗੇ। ਅਤੇ ਇਹ ਡੋਮੇਨ yz ਪਲੇਨ ਵਿੱਚ ਸਰਫੇਸ ਦਾ ਪ੍ਰੋਜੈਕਸ਼ਨ ਹੋਵੇਗਾ। ਅਤੇ ਉਸ ਕੇਸ ਵਿੱਚ ਜਦੋਂ ਫੰਕਸ਼ਨ ਦਿੱਤਾ ਜਾਂਦਾ ਹੈ y ਬਰਾਬਰ ਹੈ psi xz, ਇੰਟੀਗਰੈਂਡ ਦੇ ਡੈਰੀਵੇਟਿਵ x ਅਤੇ z ਦੇ ਸੰਬੰਧ ਵਿੱਚ ਹੋਣਗੇ ਅਤੇ ਦੁਬਾਰਾ ਇੰਟੀਗਰੇਸ਼ਨ ਦਾ ਡੋਮੇਨ xz ਪਲੇਨ ਵਿੱਚ ਹੋਵੇਗਾ ਜਿੱਥੇ ਅਸੀਂ ਇਸ ਇੰਟੀਗਰੈਂਟ ਨੂੰ ਇੰਟੀਗਰੇਟ ਕਰ ਰਹੇ ਹਾਂ। ਇਸ ਲਈ, ਇੱਥੇ ਕੇਸ ਪਹਿਲੇ ਵਿੱਚ ਜਦੋਂ x ਇਕੁਅਲ ਹੈ μ xy ਅਤੇ z ਸਾਡੇ ਕੋਲ ਇੱਥੇ ਡੋਮੇਨ ਹੋਵੇਗਾ ਜੋ ਇਸ d ਹੈਟ ਦੁਆਰਾ ਦਰਸਾਇਆ ਗਿਆ ਹੈ। ਅਤੇ ਹੁਣ ਇੰਟੀਗਰੈਂਟ ਬਣ ਜਾਵੇਗਾ 1 ਪਲੱਸ ਡੈਲ x ਬਟਾ ਡੈਲ y ਹੋਲ ਸਕੁਏਅਰ ਅਤੇ ਡੈਲ x ਬਟਾ ਡੈਲ z। ਕਿਉਂਕਿ ਹੁਣ y ਅਤੇ z ਇੰਡੀਪੈਂਡੈਂਟ ਵੇਰੀਏਬਲ ਹਨ ਇਸ ਲਈ ਪਾਰਸ਼ਲ ਡੈਰੀਵੇਟਿਵਜ਼ y ਅਤੇ z ਦੇ ਸੰਬੰਧ ਵਿੱਚ ਹੋਣਗੇ, ਅਤੇ dy dz, ਅਤੇ ਹੁਣ ਇਹ d ਹੈਟ yz ਪਲੇਨ ਵਿੱਚ ਉਸ ਸਰਫੇਸ ਦਾ ਪ੍ਰੋਜੈਕਸ਼ਨ ਹੋਵੇਗਾ। ਜਾਂ ਜੇਕਰ ਫੰਕਸ਼ਨ ਦਿੱਤਾ ਜਾਂਦਾ ਹੈ y ਬਰਾਬਰ ਹੈ psi z ਤਾਂ ਸਾਡੇ ਕੋਲ y ਦਾ ਪਾਰਸ਼ੀਅਲ ਡੈਰੀਵੇਟਿਵ x ਅਤੇ z ਦੇ ਸੰਬੰਧ ਵਿੱਚ ਹੋਵੇਗਾ ਅਤੇ ਫਿਰ dx dz ਅਤੇ ਇੱਥੇ d ਡਬਲ ਹੈਟ xz ਪਲੇਨ ਵਿੱਚ ਸਰਫੇਸ ਦਾ ਪ੍ਰੋਜੈਕਸ਼ਨ ਹੋਵੇਗਾ। ਤਾਂ ਇਹ d ਹੈਟ ਅਤੇ d ਡਬਲ ਹੈਟ yz ਵਿੱਚ ਡੋਮੇਨ ਹਨ। ਤਾਂ ਇਸ ਪਹਿਲੇ ਕੇਸ ਵਿੱਚ ਅਤੇ ਫਿਰ ਦੂਜੇ ਕੇਸ ਵਿੱਚ xz ਪਲੇਨ ਵਿੱਚ, ਜਿਸ ਵਿੱਚ ਦਿੱਤਾ ਸਰਫੇਸ ਪ੍ਰੋਜੈਕਟਡ ਹੈ, ਤਾਂ ਅਸੀਂ ਇਸ ਡਬਲ ਇੰਟੀਗਰਲ ਦੀ ਮਦਦ ਨਾਲ ਜੋ ਕਿ ਜ਼ਿਆਦਾਤਰ ਕੇਸਿਸ ਵਿੱਚ ਇਸ ਤਰ੍ਹਾਂ ਦਿੱਤਾ ਗਿਆ ਹੈ, s ਬਰਾਬਰ ਹੈ ਇਹ ਡੋਮੇਨ 1 ਪਲੱਸ zx ਹੋਲ ਸਕੁਏਅਰ ਪਲੱਸ zy ਹੋਲ ਸਕੁਏਅਰ ਅਤੇ dx dy। ਜਦੋਂ ਫੰਕਸ਼ਨ ਨੂੰ z ਬਰਾਬਰ fxy ਪਰਿਭਾਸ਼ਿਤ ਕੀਤਾ ਜਾਂਦਾ ਹੈ ਤਾਂ ਅਸੀਂ ਸਰਫੇਸ ਏਰੀਆ ਕੰਪਿਊਟ ਕਰ ਸਕਦੇ ਹਾਂ। ਇਸ ਲਈ ਯਾਦ ਰੱਖੋ ਜਦੋਂ ਸਾਡੇ ਕੋਲ ਵੋਲਿਊਮ ਦੀ ਕੰਪਿਊਟੇਸ਼ਨ ਲਈ xy ਪਲੇਨ ਤੇ ਉਸ ਸਰਫੇਸ ਦੇ ਅਧੀਨ ਐਪਲੀਕੇਸ਼ਨ ਸੀ ਫਾਰਮੂਲਾ ਸੀ ਇਸ ਇੰਟੀਗਰੈਂਡ ਦੀ ਬਜਾਏ ਸਾਡੇ ਕੋਲ ਇੱਥੇ ਫੰਕਸ਼ਨ ਸੀ fxy। ਅਤੇ ਜੇਕਰ ਤੁਸੀਂ ਇੰਟੀਗਰੇਸ਼ਨ ਦੇ ਡੋਮੇਨ ਦੇ ਏਰੀਆ ਨੂੰ ਕੰਪਿਊਟ ਕਰਨਾ ਚਾਹੁੰਦੇ ਹੋ ਤਾਂ ਇਸ ਖਾਸ ਕੇਸ ਵਿੱਚ d ਦਾ ਏਰੀਆ, ਫਿਰ ਅਸੀਂ ਇਸ ਇੰਟੀਗਰੈਂਟ ਨੂੰ 1 ਤੇ ਸੈੱਟ ਕਰਾਂਗੇ ਤਾਂ ਸਾਡੇ ਕੋਲ 3 ਐਪਲੀਕੇਸ਼ਨਸ ਹਨ। ਇੱਕ ਇਸ ਡੋਮੇਨ d ਦਾ ਏਰੀਆ ਸੀ, ਦੂਸਰਾ ਵੋਲਿਊਮ ਸੀ ਇਸ ਸਰਫੇਸ ਦੇ ਅਧੀਨ xy ਪਲੇਨ ਤੇ ਜੋ ਦੁਬਾਰਾ ਡਬਲ ਇੰਟੀਗਰਲ ਦੁਆਰਾ ਦਿੱਤਾ ਜਾਂਦਾ ਹੈ ਜਿੱਥੇ ਇੰਟੀਗਰੈਂਟ fxy ਸੀ। ਅਤੇ ਹੁਣ ਸਾਡੇ ਕੋਲ ਸਰਫੇਸ ਏਰੀਆ ਦੀ ਕੰਪਿਊਟੇਸ਼ਨ ਲਈ ਜਿੱਥੇ ਇੰਟੀਗਰੈਂਟ ਸਕੁਏਅਰ ਰੂਟ 1 ਪਲੱਸ zx ਸਕੁਏਅਰ ਪਲੱਸ zy ਸਕੁਏਅਰ ਹੈ। ਇਸ ਲਈ ਹੁਣ ਅਸੀਂ ਇੱਥੇ ਪ੍ਰੋਬਲਮ ਨੂੰ ਲਵਾਂਗੇ ਸਫੀਅਰ ਦੇ ਸਰਫੇਸ ਏਰੀਆ ਨੂੰ ਕੰਪਿਊਟ ਕਰਾਂਗੇ। x ਸਕੁਏਅਰ ਪਲੱਸ y ਸਕੁਏਅਰ ਪਲੱਸ z ਸਕੁਏਅਰ ਬਰਾਬਰ a ਸਕੁਏਅਰ ਹੈ ਤਾਂ ਸਾਡੇ ਕੋਲ ਸਫੀਅਰ ਹੈ ਜੋ 0 0 0 ਤੇ ਸੈਂਟਰਡ ਹੈ। ਅਤੇ x ਸਕੁਏਅਰ ਪਲੱਸ y ਸਕੁਏਅਰ ਪਲੱਸ z ਸਕੁਏਅਰ ਬਰਾਬਰ a ਸਕੁਏਅਰ। ਇਸ ਇਕੁਏਸ਼ਨ ਤੋਂ ਪਤਾ ਲੱਗਦਾ ਹੈ ਕਿ ਸਫੀਅਰ ਦਾ ਰੇਡੀਅਸ a ਹੈ। ਇਸ ਲਈ ਅਸੀਂ ਹੁਣ ਸਰਫੇਸ ਏਰੀਆ ਕੰਪਿਊਟ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਉਦਾਹਰਨ ਲਈ ਸਫੀਅਰ ਦੇ ਉੱਪਰਲੇ ਅੱਧ ਨੂੰ ਲਵਾਂਗੇ। ਅਤੇ ਜੇਕਰ ਅਸੀਂ ਸਫੀਅਰ ਦੇ ਉਸ ਉੱਪਰਲੇ ਅੱਧੇ ਹਿੱਸੇ ਨੂੰ ਪ੍ਰੋਜੈਕਟ ਕਰਦੇ ਹਾਂ, ਇਹ ਸਾਨੂੰ xy ਪਲੇਨ ਵਿੱਚ a ਰੇਡੀਅਸ ਦਾ ਸਰਕਲ ਦੇਵੇਗਾ। ਇਸ ਲਈ ਚਾਹੇ ਅਸੀਂ ਇਸ ਨੂੰ ਕਿਸੇ ਵੀ ਇੱਕ ਪਲੇਨ ਵਿੱਚ ਪ੍ਰੋਜੈਕਟ ਕਰ ਸਕਦੇ ਹਾਂ, ਜਾਂ ਤਾਂ yz ਜਾਂ zx ਜਾਂ xy ਵਿੱਚ। ਤਾਂ ਆਓ xy ਪਲੇਨ ਵਿੱਚ ਇਸ ਨੂੰ ਪ੍ਰੋਜੈਕਟ ਕਰੀਏ। ਕਰੋ ਤਾਂ xy ਪਲੇਨ ਵਿੱਚ a ਰੇਡੀਅਸ a ਦਾ ਇੱਕ ਸਰਕਲ ਹੈ ਜਿਸ ਦਾ ਸੈਂਟਰ 0 ਤੇ ਹੈ। ਇਸ ਲਈ ਸਾਡੇ ਕੋਲ ਹੁਣ ਡੋਮੇਨ ਹੈ ਜੋ ਕਿ xy ਪਲੇਨ ਵਿੱਚ ਸਰਕੂਲਰ ਡਿਸਕ ਹੈ ਅਤੇ ਫਿਰ ਸਰਫੇਸ ਇਸ ਦੁਆਰਾ ਦਿੱਤਾ ਜਾਵੇਗਾ। ਇਹ z ਸਕੁਏਅਰ ਰੂਟ a ਸਕੁਏਅਰ ਮਾਈਨਸ x ਸਕੁਏਅਰ ਮਾਈਨਸ y ਸਕੁਏਅਰ ਦੇ ਇਕੁਅਲ ਹੈ ਕਿਉਂਕਿ ਅਸੀਂ ਸਫੀਅਰ ਦਾ ਉੱਪਰੀ ਹਿੱਸਾ ਕੰਸੀਡਰ ਕਰ ਰਹੇ ਹਾਂ ਅਤੇ ਅਸੀਂ ਸਾਰੇ ਸਫੀਅਰ ਦੇ ਸਰਫੇਸ ਏਰੀਆ ਨੂੰ ਕੰਪਿਊਟ ਕਰਨ ਲਈ ਇਸ ਨੂੰ ਡਬਲ ਕਰ ਸਕਦੇ ਹਾਂ।
ਇਸ ਲਈ ਅਸੀਂ ਸਿਰਫ ਪੋਜ਼ਿਟਿਵ ਪਾਰਟ ਸਫੀਅਰ ਦੇ ਉੱਪਰਲੇ ਅੱਧ ਨੂੰ ਕੰਸੀਡਰ ਕਰ ਰਹੇ ਹਾਂ, ਅਤੇ ਜਦੋਂ ਅਸੀਂ XY ਪਲੇਨ ਇਸ ਨੂੰ ਪ੍ਰੋਜੈਕਟ ਕਰਦੇ ਹਾਂ ਤਾਂ ਸਾਨੂੰ ਇਹ ਰੇਡੀਅਸ ਦਾ ਸਰਕਲ ਮਿਲੇਗਾ, ਅਤੇ ਸੈਂਟਰ 0 0 ਹੈ। ਠੀਕ ਹੈ, ਤਾਂ ਇਕੁਏਸ਼ਨ ਜੋ ਸਾਨੂੰ ਇੱਥੇ ਸਰਫੇਸ ਦੇਵੇਗੀ ਜਿਸ ਬਾਰੇ ਮੈਂ ਹੁਣੇ ਚਰਚਾ ਕੀਤੀ ਹੈ ਉਹ ਪੋਜ਼ਿਟਿਵ ਉੱਪਰਲੇ ਅੱਧ ਲਈ ਹੈ। ਅਸੀਂ ਲਵਾਂਗੇ z ਬਰਾਬਰ ਹੈ ਸਕੁਏਅਰ ਰੂਟ 1 ਮਾਈਨਸ ਮੁਆਫ ਕਰਨਾ ਹੈ ਸਕੁਏਅਰ ਮਾਈਨਸ x ਸਕੁਏਅਰ ਮਾਈਨਸ y ਸਕੁਏਅਰ ਉੱਪਰਲੇ ਅੱਧ ਲਈ। ਅਤੇ ਹੁਣ ਸਾਨੂੰ ਕੰਪਿਊਟ ਕਰਨ ਦੀ ਲੋੜ ਹੈ ਕਿਉਂਕਿ ਫਾਰਮੂਲੇ ਵਿੱਚ ਸਾਨੂੰ x ਦੇ ਸੰਬੰਧ ਵਿੱਚ z ਦੇ ਪਾਰਸ਼ਲ ਡੈਰੀਵੇਟਿਵ ਅਤੇ y ਦੇ ਸੰਬੰਧ ਵਿੱਚ z ਦੇ ਪਾਰਸ਼ਲ ਡੈਰੀਵੇਟਿਵ ਦੀ ਲੋੜ ਹੈ ਤਾਂ x ਦੇ ਸੰਬੰਧ ਵਿੱਚ z ਦੇ ਪਾਰਸ਼ਲ ਡੈਰੀਵੇਟਿਵ ਲਈ। ਇਸ ਲਈ ਇਹ ਇੱਥੇ ਪਾਵਰ ਹਾਫ ਹੈ, ਇਸ ਲਈ ਸਾਨੂੰ ਪ੍ਰਾਪਤ ਹੋਵੇਗਾ। ਇਸ ਲਈ ਇਹ ਹੈ a ਸਕੁਏਅਰ ਮਾਈਨਸ x ਸਕੁਏਅਰ ਮਾਈਨਸ y ਸਕੁਏਅਰ ਪਾਵਰ ਹਾਫ। ਅਤੇ ਜਦੋਂ ਅਸੀਂ ਇਸ ਨੂੰ x ਦੇ ਸੰਬੰਧ ਵਿੱਚ ਡਿਫਰੈਂਸ਼ੀਏਟ ਕਰਦੇ ਹਾਂ ਤਾਂ ਅਸੀਂ ਇਹ ਪ੍ਰਾਪਤ ਕਰਾਂਗੇ ਇਹ ਹਾਫ ਉਹੀ ਐਕਸਪ੍ਰੈਸ਼ਨ ਜੋ ਇੱਥੇ ਹੈ, ਅਤੇ 1/2 ਮਾਈਨਸ 1 ਤਾਂ ਇਹ ਇੱਥੇ ਮਾਈਨਸ ਹਾਫ ਹੈ, ਅਤੇ ਫਿਰ ਇਸ a ਸਕੁਏਅਰ ਮਾਈਨਸ x ਸਕੁਏਅਰ ਮਾਈਨਸ y ਸਕੁਏਅਰ ਦਾ ਡੈਰੀਵੇਟਿਵ x ਦੇ ਸੰਬੰਧ ਵਿੱਚ ਮਾਈਨਸ 2x ਹੋਵੇਗਾ ਅਤੇ ਇਹ 2 ਕੈਂਸਲ ਹੋ ਜਾਣਗੇ, ਅਤੇ ਸਾਡੇ ਕੋਲ ਮਾਈਨਸ ਸਾਈਨ ਹੋਵੇਗਾ ਜੋ ਇੱਥੇ ਹੈ, ਅਤੇ ਇਹ x ਨਿਊਮਰੇਟਰ ਵਿੱਚ ਅਤੇ ਇਸ ਪਾਵਰ ਜੋ ਕਿ ਇੱਥੇ ਮਾਈਨਸ ਹਾਫ ਹੈ ਤਾਂ ਇਹ ਡਿਨੋਮੀਨੇਟਰ ਵਿੱਚ ਆ ਰਿਹਾ ਹੈ। ਇਸ ਲਈ ਇਹ ਫੰਕਸ਼ਨ ਦਾ x ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵ ਹੈ। ਅਤੇ ਫਿਰ ਸਾਡੇ ਕੋਲ ਇਸੇ ਤਰ੍ਹਾਂ y ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵਜ਼ ਹੈ। ਸਿਰਫ ਇਹ ਫਰਕ ਹੋਵੇਗਾ ਕਿ x ਦੀ ਜਗ੍ਹਾ y ਹੋਵੇਗਾ, ਅਤੇ ਇੰਟੀਗ੍ਰੇਸ਼ਨ ਦਾ ਡੋਮੇਨ ਜਿਸ ਦੀ ਅਸੀਂ ਹੁਣੇ ਹੀ ਚਰਚਾ ਕੀਤੀ ਹੈ ਜਦੋਂ ਅਸੀਂ ਇਸ ਉੱਪਰਲੇ ਹੈਮੀਸਫੀਅਰ ਨੂੰ XY ਪਲੇਨ ਵਿੱਚ ਪ੍ਰੋਜੈਕਟ ਕਰਦੇ ਹਾਂ ਤਾਂ ਸਾਨੂੰ ਇੱਕ ਸਰਕਲ ਮਿਲੇਗਾ ਜਿਸ ਦਾ ਰੇਡੀਅਸ a ਹੈ। ਅਤੇ ਇਸ ਸਰਕਲ ਦੀ ਇਕੁਏਸ਼ਨ ਕੁਦਰਤੀ ਤੌਰ ਤੇ ਹੋਵੇਗੀ x ਸਕੁਏਅਰ ਪਲੱਸ y ਸਕੁਏਅਰ ਬਰਾਬਰ a ਸਕੁਏਅਰ। ਇਸ ਲਈ ਮੰਨ ਲਓ ਕਿ ਇਹ x ਐਕਸਿਸ ਹੈ, ਅਤੇ ਇਹ ਇੱਥੇ y ਐਕਸਿਸ ਹੈ। ਇਸ ਲਈ ਸਰਫੇਸ ਦੇ ਕੰਪਿਊਟੇਸ਼ਨ ਲਈ ਫਾਰਮੂਲਾ ਅਸੀਂ ਇੱਥੇ ਇਸ ਨੂੰ ਦੁੱਗਣਾ ਕਰ ਦੇਵਾਂਗੇ ਕਿਉਂਕਿ ਅਸੀਂ ਸਿਰਫ ਸਫੀਅਰ ਦੇ ਉੱਪਰਲੇ ਹਿੱਸੇ ਨੂੰ ਕੰਸੀਡਰ ਕੀਤਾ ਸੀ। ਸਾਡੇ ਕੋਲ ਇਸ ਸਫੀਅਰ ਦਾ ਹੇਠਲਾ ਹਿੱਸਾ ਵੀ ਹੈ ਤਾਂ ਅਸੀਂ ਇਸ ਨੂੰ ਇੱਥੇ 2 ਨਾਲ ਗੁਣਾ ਕਰਕੇ ਦੁੱਗਣਾ ਬਣਾ ਸਕਦੇ ਹਾਂ। ਅਤੇ ਫਿਰ ਇਹ ਮਾਈਨਸ a ਤੋਂ a ਤਾਂ ਆਓ ਪਹਿਲਾਂ ਅੰਦਰਲੇ ਨੂੰ y ਦੇ ਸੰਬੰਧ ਵਿੱਚ ਫਿਕਸ ਕਰੀਏ। ਇਸ ਲਈ y ਦੀ ਦਿਸ਼ਾ ਵਿੱਚ ਅਸੀਂ ਇਸ ਤੋਂ ਸਰਕਲ ਤੋਂ ਸਰਕਲ ਦੇ ਉੱਪਰਲੇ ਅੱਧ ਵੱਲ ਅੱਗੇ ਵਧ ਰਹੇ ਹਾਂ। ਇਸ ਲਈ ਇਸ ਦਾ ਮਤਲਬ ਹੈ ਇਹ ਮਾਈਨਸ a ਸਕੁਏਅਰ ਮਾਈਨਸ x ਸਕੁਏਅਰ ਹੈ। ਇਸ ਲਈ ਇੱਥੇ y ਹੋਵੇਗਾ ਸਕੁਏਅਰ ਰੂਟ a ਸਕੁਏਅਰ ਮਾਈਨਸ x ਸਕੁਏਅਰ ਪਲੱਸ ਮਾਈਨਸ ਸਾਈਨ ਦੇ ਨਾਲ। ਇਸ ਲਈ ਇਹ ਮਾਈਨਸ ਸਾਈਨ ਦੇ ਨਾਲ ਹੋਵੇਗਾ ਅਤੇ ਉੱਪਰਲਾ ਅੱਧ ਪਲੱਸ ਸਾਈਨ ਦੇ ਨਾਲ ਹੋਵੇਗਾ। ਇਸ ਲਈ ਅਸੀਂ ਮਾਈਨਸ ਦੇ ਨਾਲ ਹੇਠਲੇ ਤੋਂ ਪਲੱਸ 1 ਵੱਲ ਵਧ ਰਹੇ ਹਾਂ ਤਾਂ ਮਾਈਨਸ a ਸਕੁਏਅਰ ਮਾਈਨਸ x ਸਕੁਏਅਰ ਤੋਂ ਪਲੱਸ ਇੱਥੇ a ਸਕੁਏਅਰ ਮਾਈਨਸ x ਸਕੁਏਅਰ ਉੱਪਰਲਾ ਹਿੱਸਾ। ਅਤੇ ਫਿਰ ਇਹ ਲਾਈਨਸ ਇੱਥੇ x ਦੀ ਦਿਸ਼ਾ ਵਿੱਚ ਹਨ। ਅਸੀਂ x ਦੀ ਦਿਸ਼ਾ ਵਿੱਚ ਇਸ ਮਾਈਨਸ a ਤੋਂ ਪਲੱਸ a ਵੱਲ ਵਧ ਰਹੇ ਹਾਂ ਤਾਂ ਮਾਈਨਸ a ਤੋਂ ਪਲੱਸ a ਤੱਕ। ਅਤੇ ਫਿਰ ਇਹ ਇੰਟੀਗਰੈਂਟ ਜੋ ਕਿ 1 ਪਲੱਸ zx ਹੋਲ ਸਕੁਏਅਰ ਪਲੱਸ zx zy ਹੈ ਤਾਂ ਇੱਥੇ zy ਆਵੇਗਾ zy ਹੋਲ ਸਕੁਏਅਰ। ਅਤੇ ਫਿਰ dy dx ਤਾਂ ਇਹ ਸਰਫੇਸ ਹੈ। ਅਸੀਂ ਹੁਣ ਇਸ ਡਬਲ ਇੰਟੀਗਰਲ ਨੂੰ ਕੰਪਿਊਟ ਕਰਨਾ ਚਾਹੁੰਦੇ ਹਾਂ ਜੋ ਸਾਨੂੰ ਸਫੀਅਰ ਦਾ ਸਰਫੇਸ ਏਰੀਆ ਦੇਵੇਗਾ। ਇਸ ਲਈ ਹੁਣ ਸਾਡੇ ਕੋਲ ਇਹ ਹੈ। ਹੁਣ ਇਹ x ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵ ਹੈ, y ਦੇ ਸੰਬੰਧ ਵਿੱਚ z ਦਾ ਪਾਰਸ਼ਲ ਡੈਰੀਵੇਟਿਵ ਇਹ ਹੈ ਅਤੇ ਇਹ ਫਾਰਮੂਲਾ ਸੀ। ਇੱਥੇ ਇਹ y ਦੇ ਸੰਬੰਧ ਵਿੱਚ ਸੀ। ਇਸ ਲਈ ਜੇਕਰ ਅਸੀਂ ਇਸ ਨੂੰ ਹੁਣ ਸਬਸਟੀਟਿਊਟ ਕਰਦੇ ਹਾਂ ਤਾਂ ਇਹ ਇਹਨਾਂ ਟਰਮਜ਼ ਦੇ ਹੋਲ ਸਕੁਏਅਰ ਹਨ ਜੋ ਸਾਨੂੰ ਮਿਲੇਗਾ a 1 ਪਲੱਸ a x ਸਕੁਏਅਰ ਬਟਾ a ਸਕੁਏਅਰ ਮਾਈਨਸ x ਸਕੁਏਅਰ ਮਾਈਨਸ y ਸਕੁਏਅਰ ਆਵੇਗਾ। ਅਤੇ ਫਿਰ ਇੱਥੇ ਵੀ ਸਾਨੂੰ ਮਿਲੇਗਾ y ਸਕੁਏਅਰ ਬਟਾ a ਸਕੁਏਅਰ ਮਾਈਨਸ x ਸਕੁਏਅਰ ਅਤੇ ਮਾਈਨਸ y ਸਕੁਏਅਰ। ਇਸ ਲਈ ਇਸ x ਸਕੁਏਅਰ ਅਤੇ ਮਾਈਨਸ y ਸਕੁਏਅਰ ਨੂੰ ਕਾਮਨ ਲੈਣ ਤੇ ਸਾਨੂੰ ਮਿਲੇਗਾ ਇਹ x ਸਕੁਏਅਰ ਪਲੱਸ y ਸਕੁਏਅਰ ਕੈਂਸਲ ਹੋ ਜਾਵੇਗਾ ਅਤੇ ਫਿਰ ਸਾਨੂੰ ਇਹ ਮਿਲੇਗਾ ਤਾਂ a ਬਟਾ ਸਕੁਏਅਰ ਰੂਟ a ਸਕੁਏਅਰ ਮਾਈਨਸ
x ਸਕੁਏਰ ਮਾਈਨਸ y ਸਕੁਏਰ ਹੋਵੇਗਾ। ਤਾਂ ਫਿਰ ਉਹੀ ਲਿਮਿਟ ਜੋ ਸਾਡੇ ਕੋਲ ਉੱਥੇ ਸੀ ਅਤੇ ਇੰਟੀਗਰੈਂਟ ਬਣ ਜਾਵੇਗਾ a ਬਟਾ ਸਕੁਏਰ ਰੂਟ a ਸਕੁਏਰ ਮਾਈਨਸ x ਸਕੁਏਰ ਮਾਈਨਸ y ਸਕੁਏਰ ਅਤੇ dy dx। ਤਾਂ ਹੁਣ ਜੇਕਰ ਅਸੀਂ ਪੋਲਰ ਕੋਆਰਡੀਨੇਟ ਵਿੱਚ ਬਦਲਦੇ ਹਾਂ ਕਿਉਂਕਿ ਇਸ ਇੰਟੀਗਰਲ ਦੀਆਂ ਲਿਮਿਟਸ ਅਤੇ ਇੰਟੀਗਰਲ ਨੂੰ ਦੇਖਦੇ ਹੋਏ ਇਹ ਕਰਨਾ ਆਸਾਨ ਹੋਵੇਗਾ। ਇਹ ਸੁਝਾਅ ਦਿੰਦਾ ਹੈ ਕਿ ਸਾਨੂੰ ਪੋਲਰ ਕੋਆਰਡੀਨੇਟ ਵਿੱਚ ਕਨਵਰਟ ਕਰਨਾ ਚਾਹੀਦਾ ਹੈ ਜਿਸ ਦੀ ਪਿਛਲੇ ਲੈਕਚਰ ਵਿੱਚ ਚਰਚਾ ਕੀਤੀ ਗਈ ਸੀ। ਤਾਂ ਇਹ x ਇਕੁਅਲ ਹੈ r cos ਥੀਟਾ। ਅਸੀਂ x ਨੂੰ r cos ਥੀਟਾ ਸਬਸਟੀਟਿਊਟ ਕਰਦੇ ਹਾਂ ਅਤੇ ਅਸੀਂ y ਨੂੰ r sin ਥੀਟਾ ਦੇ ਇਕੁਅਲ ਲਵਾਂਗੇ। ਇਸ ਲਈ ਹੁਣ ਇਸ ਸਬਸਟੀਟਿਊਸ਼ਨ ਦੇ ਨਾਲ ਅਸੀਂ ਲਿਮਿਟਸ ਵੀ ਪਤਾ ਕਰਨੀਆਂ ਹਨ। ਸਰਕਲ ਦੇ ਕੇਸ ਵਿੱਚ ਇਹ ਪਤਾ ਕਰਨਾ ਟ੍ਰਿਵੀਅਲ ਹੈ। ਸਾਡੇ ਕੋਲ ਥੀਟਾ ਲਈ 0 ਤੋਂ 2 ਪਾਈ ਹੈ। ਇਹ ਇੱਥੇ ਸਾਡਾ ਸਰਕਲ ਹੈ ਇਸ ਲਈ ਥੀਟਾ 0 ਤੋਂ 2 ਪਾਈ ਤੱਕ ਮੂਵ ਕਰਦਾ ਹੈ। ਅਤੇ r ਲਈ ਸਾਡੇ ਕੋਲ 0 ਤੋਂ a ਹੋਵੇਗਾ ਇਸ ਲਈ r 0 ਤੋਂ ਸਰਕਲ ਤੱਕ ਮੂਵ ਕਰੇਗਾ ਜਿਸ ਦਾ ਮਤਲਬ ਹੈ 0 ਤੋਂ a। ਸਾਡੇ ਕੋਲ ਇੰਟੀਗਰੈਂਟ ਹੈ a ਬਟਾ ਸਕੁਏਰ ਰੂਟ a ਸਕੁਏਰ ਅਤੇ ਇਹ x ਸਕੁਏਰ ਮਾਈਨਸ y ਸਕੁਏਰ ਹੈ ਇਸ ਲਈ ਮਾਈਨਸ ਸਾਈਨ ਦੇ ਨਾਲ ਇੱਥੇ x ਸਕੁਏਰ ਪਲਸ y ਸਕੁਏਰ ਹੈ। x ਸਕੁਏਰ ਪਲਸ y ਸਕੁਏਰ r ਸਕੁਏਰ ਦੇ ਇਕੁਅਲ ਹੈ। ਇਸ ਲਈ ਸਾਡੇ ਕੋਲ a ਸਕੁਏਰ ਮਾਈਨਸ r ਸਕੁਏਰ ਹੈ ਅਤੇ ਇਹ ਫੈਕਟਰ r ਜੋ ਜੈਕੋਬੀਅਨ ਹੈ। ਜਾਂ ਸਿੱਧੇ ਤੌਰ ਤੇ ਅਸੀਂ ਪੋਲਰ ਕੋਆਰਡੀਨੇਟਸ ਤੋਂ ਇਹ ਵੀ ਦੇਖਿਆ ਹੈ ਕਿ ਸਾਨੂੰ ਇੱਥੇ r ਨਾਲ ਇੱਕ ਹੋਰ ਫੈਕਟਰ ਮਿਲਦਾ ਹੈ। ਇਸ ਲਈ ਅਸੀਂ ਇਸ ਇੰਟੀਗਰੈਂਟ ਨਾਲ r d ਥੀਟਾ ਪ੍ਰਾਪਤ ਕਰਦੇ ਹਾਂ ਅਤੇ ਹੁਣ ਇਹ ਦੇਖਣਾ ਆਸਾਨ ਹੈ ਕਿਉਂਕਿ ਇਹ r ਉੱਥੇ ਬੈਠਾ ਹੈ ਅਤੇ ਸਾਡੇ ਕੋਲ ਇਹ r ਸਕੁਏਰ ਟਰਮ ਹੈ। ਇਸ ਲਈ ਅਸੀਂ ਹੁਣ ਇਸ ਇੰਟੀਗਰੈਂਟ ਨੂੰ ਆਸਾਨੀ ਨਾਲ r ਦੇ ਸੰਬੰਧ ਵਿੱਚ ਇੰਟੀਗਰੇਟ ਕਰ ਸਕਦੇ ਹਾਂ। ਸਾਨੂੰ ਕੀ ਮਿਲੇਗਾ ਕਿਉਂਕਿ ਇਹ ਪਾਵਰ ਮਾਈਨਸ ਹਾਫ ਸੀ ਇਸ ਲਈ ਜਦੋਂ ਅਸੀਂ ਇਸ ਮਾਈਨਸ ਹਾਫ ਅਤੇ ਪਲਸ 1 ਨੂੰ ਇੰਟੀਗਰੇਟ ਕਰਦੇ ਹਾਂ ਇਸ ਲਈ ਇਹ ਸਕੁਏਰ ਰੂਟ ਹੋਵੇਗਾ ਨਿਊਮਰੇਟਰ ਵਿੱਚ। ਹੁਣ ਸਾਡੇ ਕੋਲ a ਸਕੁਏਰ ਮਾਈਨਸ r ਸਕੁਏਰ ਹੈ ਅਤੇ ਇਹ ਦੋ ਫੈਕਟਰ ਇੱਥੇ ਹੈ ਅਤੇ ਇੱਥੇ ਅਸੀਂ ਕੀ ਪ੍ਰਾਪਤ ਕਰਾਂਗੇ ਤਾਂ ਅਸੀਂ ਪ੍ਰਾਪਤ ਕਰਾਂਗੇ ਸਾਨੂੰ ਇੱਥੇ 2r ਦੀ ਲੋੜ ਹੈ ਤਾਂ ਜੋ ਹਾਫ ਨੂੰ ਅਸੀਂ ਮਲਟੀਪਲਾਈ ਕਰਾਂਗੇ ਇੱਥੇ 2 ਨਾਲ ਮਲਟੀਪਲਾਈ ਕਰਾਂਗੇ ਪਰ ਇੱਥੇ ਜਦੋਂ ਅਸੀਂ ਇੰਟੀਗਰਲ ਲੈਂਦੇ ਹਾਂ ਇਸ ਲਈ ਮਾਈਨਸ ਅੱਧਾ ਪਲਸ ਅੱਧਾ ਤਾਂ ਇਹ ਕੈਂਸਲ ਹੋ ਜਾਣਗੇ। ਅਸੀਂ ਇਹ ਇੰਟੀਗਰਲ ਪ੍ਰਾਪਤ ਕਰਾਂਗੇ ਸਕੁਏਰ ਰੂਟ a ਸਕੁਏਰ ਮਾਈਨਸ r ਸਕੁਏਰ। ਇਹ 2 ਪਹਿਲਾਂ ਤੋਂ ਹੀ ਇਸ a ਦੇ ਨਾਲ ਹੈ ਇਸ ਲਈ 2a ਅਤੇ ਜਦੋਂ ਅਸੀਂ ਬਾਹਰ ਵਾਲੇ ਨੂੰ ਇੰਟੀਗਰੇਟ ਕਰਦੇ ਹਾਂ ਕਿਉਂਕਿ ਇਨਰ ਇੰਟੀਗਰਲ ਵਿੱਚ ਥੀਟਾ ਦੀ ਕੋਈ ਟਰਮ ਨਹੀਂ ਹੈ ਇਸ ਲਈ ਅਸੀਂ ਆਊਟਰ ਇੰਟੀਗਰਲ ਨੂੰ ਵੀ ਇੰਟੀਗਰੇਟ ਕਰ ਸਕਦੇ ਹਾਂ। ਇਸ ਲਈ ਇਸ ਕੇਸ ਵਿੱਚ ਸਾਨੂੰ ਸਿਰਫ 2 ਪਾਈ ਪ੍ਰਾਪਤ ਹੋਵੇਗਾ ਕਿਉਂਕਿ ਥੀਟਾ ਦੇ ਨਾਲ ਹੈ ਅਤੇ ਉੱਪਰਲੀ ਲਿਮਿਟ 2 ਪਾਈ ਹੈ ਹੇਠਲੀ ਲਿਮਿਟ 0 ਹੈ। ਇਸ ਲਈ ਅਸੀਂ ਆਊਟਰ ਇੰਟੀਗਰਲ ਤੋਂ ਪਾਈ ਪ੍ਰਾਪਤ ਕਰਾਂਗੇ ਅਤੇ ਅੰਦਰਲਾ ਸਾਨੂੰ ਇਹ ਦੇ ਰਿਹਾ ਹੈ a ਸਕੁਏਰ ਮਾਈਨਸ r ਸਕੁਏਰ ਸਕੁਏਰ ਰੂਟ ਲਿਮਿਟ 0 ਤੋਂ a। ਹੁਣ ਜੇਕਰ ਅਸੀਂ ਇਸ ਲਿਮਿਟ ਨੂੰ ਸਬਸਟੀਟਿਊਟ ਕਰਦੇ ਹਾਂ ਤਾਂ ਕਿ ਇੱਥੇ ਅੱਪਰ ਲਿਮਿਟ ਸਾਨੂੰ 0 ਦੇਵੇਗੀ ਅਤੇ r ਦੀ ਲੋਅਰ ਲਿਮਿਟ ਜਦੋਂ 0 ਤੇ ਸੈੱਟ ਕੀਤਾ ਗਿਆ ਸੀ ਤਾਂ ਅਸੀਂ ਇੱਥੇ ਸਿਰਫ ਮਾਈਨਸ ਸਾਈਨ ਨਾਲ ਇਹ ਪ੍ਰਾਪਤ ਕਰਾਂਗੇ ਤਾਂ ਇਹ ਮਾਈਨਸ ਪਲਸ ਬਣ ਜਾਵੇਗਾ ਅਤੇ ਜਵਾਬ 4 ਪਾਈ a ਸਕੁਏਰ ਹੋਵੇਗਾ ਅਤੇ ਇਹ ਇਸ ਸਫੀਅਰ ਦਾ ਸਰਫੇਸ ਏਰੀਆ ਹੈ ਜੋ ਅਸੀਂ ਪਹਿਲਾਂ ਹੀ ਜਾਣਦੇ ਹਾਂ। ਇਸ ਲਈ ਪਰ ਇਸ ਡਬਲ ਇੰਟੀਗਰਲ ਦੀ ਮਦਦ ਨਾਲ ਅਤੇ ਪੋਲਰ ਕੋਆਰਡੀਨੇਟਸ ਦੀ ਮਦਦ ਨਾਲ ਅਸੀਂ ਬਹੁਤ ਆਸਾਨੀ ਨਾਲ ਇਸ ਸਰਫੇਸ ਏਰੀਆ ਨੂੰ ਕੰਪਿਊਟ ਕਰ ਸਕਦੇ ਹਾਂ। ਇਸ ਲਈ ਅਗਲੀ ਪ੍ਰੋਬਲਮ ਵੱਲ ਵਧਦੇ ਹੋਏ ਅਸੀਂ ਹੁਣ ਸਫੀਅਰ ਦੇ ਉਸ ਪਾਰਟ ਦਾ ਏਰੀਆ ਲੱਭਾਂਗੇ ਤਾਂ ਜੋ ਸਾਡੇ ਕੋਲ ਦੁਬਾਰਾ ਸਫੀਅਰ x ਸਕੁਏਰ ਪਲਸ y ਸਕੁਏਰ ਪਲਸ z ਸਕੁਏਰ ਬਰਾਬਰ a ਸਕੁਏਰ ਹੈ ਜੋ ਕਿ ਸਿਲੰਡਰ ਦੁਆਰਾ ਕੱਟ ਆਫ ਹੈ। x ਸਕੁਏਰ ਪਲਸ y ਸਕੁਏਰ ਬਰਾਬਰ ax ਇਸ ਲਈ ਇਹ ਸਰਕਲ ਦੀ ਇਕੁਏਸ਼ਨ ਹੈ। ਇਸ ਲਈ ਇੱਥੇ x ਸਕੁਏਰ ਪਲਸ y ਸਕੁਏਰ ax ਦੇ ਇਕੁਅਲ ਹੈ ਤਾਂ x ਸਕੁਏਰ ਮਾਈਨਸ ax ਪਲਸ ay ਸਕੁਏਰ 0 ਦੇ ਇਕੁਅਲ ਹੈ। ਇਸ ਲਈ ਅਸੀਂ ਇਸ ਨੂੰ ਹੋਲ ਸਕੁਏਰ ਬਣਾ ਸਕਦੇ ਹਾਂ ਤਾਂ a ਬਾਏ 2 ਹੋਲ ਸਕੁਏਰ। ਇਸ ਲਈ ਅਸੀਂ ਉੱਥੇ x ਦਾ ਸਕੁਏਰ ਪ੍ਰਾਪਤ ਕਰਾਂਗੇ ਅਤੇ ਉੱਥੇ ਮਾਈਨਸ ax ਟਰਮ ਹੋਵੇਗਾ ਜੋ ਪਹਿਲਾਂ ਹੀ ਉੱਥੇ ਹੈ। ਇੱਥੇ ਇੱਕ ਹੋਰ ਟਰਮ a ਸਕੁਏਰ ਬਾਏ 4 ਹੋਵੇਗਾ ਜਿਸ ਨੂੰ ਅਸੀਂ ਇਸ ਦੀ ਪੂਰਤੀ ਲਈ ਰਾਈਟ ਹੈਂਡ ਸਾਈਡ ਲੈ ਕੇ ਜਾ ਸਕਦੇ ਹਾਂ ਅਤੇ ਫਿਰ ਸਾਡੇ ਕੋਲ ਇੱਥੇ ਹੈ y ਸਕੁਏਰ। ਤਾਂ ਇਹ ਸਰਕਲ ਦਾ ਇਕੁਏਸ਼ਨ ਹੈ ਜਿਸ ਦਾ ਸੈਂਟਰ a ਬਾਏ 2 ਅਤੇ 0 ਤੇ ਹੈ।
ਇਸ ਲਈ ਇਹ ਬਾਏ 2 ਅਤੇ 0 ਸੈਂਟਰ ਹੈ, ਅਤੇ ਇਹ ਬਾਏ 2 ਫਿਰ ਰੇਡੀਅਸ ਹੈ, ਇਸ ਲਈ ਇਹ ਬਾਏ 2 ਦਾ ਹੋਲ ਸਕੁਏਅਰ। ਤਾਂ ਇਸ ਨਾਲ ਇਸ ਲਈ ਇਸ ਨੂੰ ਕਲੀਅਰ ਕਰੀਏ ਤਾਂ ਸਾਡੇ ਕੋਲ ਇੱਥੇ ਹੈ A ਸਰਕੂਲਰ ਸਿਲੰਡਰ A XY ਪਲੇਨ ਵਿੱਚ ਦਿੱਤਾ ਗਿਆ ਹੈ, ਪਰ ਸਾਡੇ ਕੋਲ ਸਿਲੰਡਰ ਹੈ ਜੋ Z ਐਕਸਿਸ ਦੇ ਨਾਲ ਹੈ, ਇਸ ਲਈ ਇੱਥੇ ਇਹ ਉਸ ਸਿਲੰਡਰ ਦਾ ਪ੍ਰੋਜੈਕਸ਼ਨ XY ਪਲੇਨ ਵਿੱਚ ਹੈ, ਤਾਂ ਇਹ ਇੱਥੇ X ਐਕਸਿਸ ਹੈ ਅਤੇ ਫਿਰ ਸਾਡੇ ਕੋਲ Y ਐਕਸਿਸ ਹੈ। ਸੈਂਟਰ 1/2 0 ਤੇ ਹੈ, ਅਤੇ ਦੁਬਾਰਾ ਇਸ ਸਰਕਲ ਦਾ ਰੇਡੀਅਸ a/2 ਹੈ। ਇਸ ਲਈ ਹੁਣ ਅਸੀਂ ਦੁਬਾਰਾ ਇਹ ਪਿਛਲੇ ਲੈਕਚਰ ਤੋਂ ਦੇਖਿਆ ਹੈ ਕਿ r = a cos θ ਵੀ ਇਸ ਸਰਕਲ ਦੀ ਪੋਲਰ ਇਕੁਏਸ਼ਨ ਹੈ ਜਿਸ ਦੀ ਲੋੜ ਸਾਡੀ ਕੰਪੀਟੀਸ਼ਨ ਵਿੱਚ ਹੋ ਸਕਦੀ ਹੈ। ਇਸ ਲਈ ਇੱਥੇ ਸਾਨੂੰ ਦੁਬਾਰਾ z ਨੂੰ ਕੰਪਿਊਟ ਕਰਨ ਦੀ ਲੋੜ ਹੈ, ਜਿਸ ਨੂੰ ਅਸੀਂ ਪਿਛਲੇ ਉਦਾਹਰਣ ਵਿੱਚ ਇਵੈਲੂਏਟ ਕੀਤਾ ਸੀ zy, ਅਤੇ ਅਸੀਂ ਇੱਥੇ ਸਰਫੇਸ ਪ੍ਰਾਪਤ ਕਰਨਾ ਚਾਹੁੰਦੇ ਹਾਂ ਕਿਉਂਕਿ ਇਹ ਸਫੀਅਰ ਹੈ ਜੋ ਸਿਲੰਡਰ ਦੁਆਰਾ ਕੱਟਿਆ ਜਾਂਦਾ ਹੈ। ਇਸ ਲਈ ਦੁਬਾਰਾ ਇੱਥੇ ਸਾਡੇ ਕੋਲ 2 ਟਾਈਮਸ ਹੈ ਕਿਉਂਕਿ ਸਫੀਅਰ ਦਾ ਉੱਪਰਲੇ ਹਿੱਸਾ ਅਤੇ ਹੇਠਲਾ ਹਿੱਸਾ ਦੋਵੇਂ ਹੋਣਗੇ, ਅਤੇ ਇਹ ਇੱਥੇ ਇਸ ਸਿਲੰਡਰ ਦੁਆਰਾ ਕੱਟਿਆ ਗਿਆ ਹੈ। ਇਸ ਲਈ ਅਤੇ ਅਸੀਂ ਆਪਣੇ ਇੰਟੀਗ੍ਰੇਸ਼ਨ ਵਿੱਚ ਆਪਣੀ ਕੰਪਿਊਟੇਸ਼ਨ ਵਿੱਚ ਇਸ ਦੇ ਸਿਰਫ ਉੱਪਰਲੇ ਹਿੱਸੇ ਤੇ ਵਿਚਾਰ ਕਰ ਰਹੇ ਹਾਂ। ਇਸ ਲਈ ਸਾਨੂੰ ਇੱਥੇ ਵੀ ਇਸ ਹੇਠਲੇ ਹਿੱਸੇ ਦੇ ਕਾਰਨ ਇਸ ਨੂੰ ਦੁੱਗਣਾ ਬਣਾਉਣਾ ਪਏਗਾ। ਇਸ ਲਈ ਅਸਲ ਵਿੱਚ ਇਹ 4 ਟਾਈਮਸ ਹੈ ਕਿਉਂਕਿ ਅਸੀਂ ਸਿਰਫ ਇਸ ਭਾਗ ਨੂੰ ਕੰਸੀਡਰ ਕਰ ਰਹੇ ਹਾਂ, ਉਹ ਹਿੱਸਾ ਜੋ ਇਸ ਅੱਧੇ ਸਿਲੰਡਰ ਦੁਆਰਾ ਕੱਟਿਆ ਜਾਂਦਾ ਹੈ, ਅਤੇ ਇਸ ਕਰਕੇ ਸਾਨੂੰ ਇਸ ਨੂੰ ਦੁੱਗਣਾ ਕਰਨਾ ਪਵੇਗਾ। ਅਤੇ ਕਿਉਂਕਿ ਸਾਡੇ ਕੋਲ ਇਹ ਸਫੀਅਰ ਹੈ, ਇਸ ਲਈ ਇਸ ਦਾ ਉੱਪਰਲਾ ਹਿੱਸਾ ਹੈ ਅਤੇ ਹੇਠਲਾ ਹਿੱਸਾ ਵੀ। ਇਸ ਲਈ ਸਾਨੂੰ ਦੁਬਾਰਾ 2 ਨਾਲ ਮਲਟੀਪਲਾਈ ਕਰਨਾ ਪਵੇਗਾ। ਤਾਂ ਇਹ 4 ਟਾਈਮਸ ਹੈ। ਡੋਮੇਨ D ਇਸ ਸਰਕਲ ਦਾ ਉੱਪਰਲਾ ਹਿੱਸਾ ਹੈ। ਇਹ ਹੁਣ ਸਾਡਾ ਡੋਮੇਨ ਹੈ। ਅਤੇ ਇਸ ਲਈ ਇਹ ਫਿਰ z/del y ਹੈ। ਇਸ ਲਈ ਅਸੀਂ ਚਾਹੁੰਦੇ ਹਾਂ ਅਸੀਂ ਇਸ ਨੂੰ ਉੱਥੇ ਰੱਖਾਂਗੇ, ਅਤੇ ਜਿਵੇਂ ਕਿ ਪਿਛਲੀ ਉਦਾਹਰਣ ਵਿੱਚ ਕੀਤਾ ਸੀ, ਸਾਨੂੰ ਮਿਲੇਗਾ a/a² - x² - y² dx dy ਨਾਲ ਗੁਣਾ 4, ਜਿਸ ਨੂੰ ਅਸੀਂ ਦੁਬਾਰਾ ਇਵੈਲੂਏਟ ਕਰ ਸਕਦੇ ਹਾਂ। ਇਸ ਲਈ ਹੁਣ ਪੋਲਰ ਕੋਆਰਡੀਨੇਟ ਦੀ ਮਦਦ ਨਾਲ ਅਸੀਂ ਹੁਣ ਇੱਥੇ ਸਰਕਲ ਦੇ ਉੱਪਰਲੇ ਅੱਧ ਲਈ ਲਿਮਿਟਸ ਨੂੰ ਦੱਸ ਸਕਦੇ ਹਾਂ। ਤਾਂ ਥੀਟਾ 0 ਤੋਂ π/2 ਤੱਕ ਜਾਂਦਾ ਹੈ, ਤਾਂ ਇਹ ਹੈ θ = 0 θ = π/2, ਅਤੇ ਫਿਰ r 0 ਤੋਂ ਸਰਕਲ ਤੱਕ ਜਾਂਦਾ ਹੈ, ਤਾਂ r 0 ਤੋਂ ਸਰਕਲ ਤੱਕ ਜਾਂਦਾ ਹੈ a cos θ, ਅਤੇ ਸਾਡੇ ਕੋਲ a/a² r d θ ਦੇ ਨਾਲ ਹੈ। ਇਸ ਲਈ ਇਹ ਦੁਬਾਰਾ ਇੰਟੀਗ੍ਰੇਟ ਕਰਨਾ ਬਹੁਤ ਆਸਾਨ ਹੈ, ਜਿਵੇਂ ਕਿ ਅਸੀਂ ਪਿਛਲੀ ਉਦਾਹਰਣ ਵਿੱਚ ਪਹਿਲਾਂ ਹੀ ਕੀਤਾ ਹੈ। ਇਸ ਲਈ ਇੱਕ ਵਾਰ ਜਦੋਂ ਅਸੀਂ ਇਸ ਨੂੰ ਇੰਟੀਗ੍ਰੇਟ ਕਰਦੇ ਹਾਂ ਤਾਂ ਅਸੀਂ ਲਿਮਿਟ ਨੂੰ 0 ਰੱਖ ਦੇਵਾਂਗੇ, ਅਤੇ ਇਹ ਉੱਪਰਲੀ ਲਿਮਿਟ a cos θ ਹੈ, ਜੋ ਸਾਨੂੰ ਇੱਥੇ -a sin θ ਦੇਵੇਗਾ ਜਦੋਂ ਅਸੀਂ ਉੱਪਰਲੀ ਲਿਮਿਟ ਨੂੰ a² - a² cos θ ਰੱਖਦੇ ਹਾਂ, ਜੋ ਸਾਨੂੰ a sin θ ਦੇਵੇਗਾ, ਅਤੇ ਇਹ ਮਾਈਨਸ ਬਣ ਜਾਵੇਗਾ। ਅਤੇ ਜਦੋਂ r 0 ਤੇ ਸੈੱਟ ਕੀਤਾ ਜਾਂਦਾ ਹੈ, ਸਾਨੂੰ ਇਹ ਪ੍ਰਾਪਤ ਹੋਵੇਗਾ, ਤਾਂ ਇਹ -a sin θ a ਹੈ, ਅਤੇ ਫਿਰ ਅਸੀਂ ਇੱਥੇ θ ਦੇ ਸੰਬੰਧ ਵਿੱਚ ਇੰਟੀਗ੍ਰੇਟ ਕਰਾਂਗੇ ਤਾਂ ਕਿ ਇਹ sin θ cos θ ਅਤੇ ਇਹ θ ਦੇਵੇਗਾ। ਇਹ ਲਿਮਿਟ 0 ਤੋਂ π/2 ਹਨ, ਅਤੇ ਇੱਕ ਵਾਰ ਜਦੋਂ ਅਸੀਂ ਇਸ ਨੂੰ ਕੰਪਿਊਟ ਕਰਦੇ ਹਾਂ ਤਾਂ ਅਸੀਂ ਪ੍ਰਾਪਤ ਕਰਾਂਗੇ ਇਹ 2a² ਅਤੇ π-2। ਤਾਂ ਇੱਥੇ ਸਿਰਫ ਔਖਾ ਹਿੱਸਾ ਹੈ ਇੰਟੀਗਰਲ ਲਈ ਲਿਮਿਟਸ ਦਾ ਪਤਾ ਲਗਾਉਣਾ, ਅਤੇ ਸਾਨੂੰ ਇਸ ਕੇਸ ਵਿੱਚ ਸਾਵਧਾਨ ਰਹਿਣਾ ਪਵੇਗਾ। ਸਫੀਅਰ ਨੂੰ ਸਿਲੰਡਰ ਦੁਆਰਾ ਕੱਟਿਆ ਗਿਆ ਸੀ, ਇਸ ਲਈ XY ਪਲੇਨ ਤੇ ਇਹ ਪ੍ਰੋਜੈਕਸ਼ਨ ਸਰਕਲ ਤੋਂ ਇਲਾਵਾ ਕੁਝ ਨਹੀਂ ਹੈ ਕਿਉਂਕਿ ਇਹ ਸਰਕੂਲਰ ਸਿਲੰਡਰ ਸੀ, ਅਤੇ ਪ੍ਰੋਜੈਕਸ਼ਨ ਇੱਥੇ ਇਸ ਸਰਕਲ ਦੁਆਰਾ ਇਸ ਤਰ੍ਹਾਂ ਦਿੱਤਾ ਗਿਆ ਹੈ। ਅਤੇ ਫਿਰ ਇੱਕ ਵਾਰ ਜਦੋਂ ਅਸੀਂ XY ਪਲੇਨ ਤੇ ਇਸ ਪ੍ਰੋਜੈਕਸ਼ਨ ਦਾ ਪਤਾ ਲਗਾ ਲਿਆ ਹੈ, ਫਿਰ ਅਸੀਂ ਆਸਾਨੀ ਨਾਲ ਇੰਟੀਗ੍ਰੇਸ਼ਨ ਦੀਆਂ ਲਿਮਿਟਸ ਪਾ ਸਕਦੇ ਹਾਂ। ਤਾਂ ਆਖਰੀ ਉਦਾਹਰਣ ਜਿੱਥੇ ਅਸੀਂ z XY ਦਾ ਸਰਫੇਸ ਏਰੀਆ ਪਤਾ ਲਗਾਵਾਂਗੇ ਜੋ ਸਿਲੰਡਰ x² + y² = 1 ਵਿੱਚ ਹੈ, ਤਾਂ ਸਾਡੇ ਕੋਲ ਦੁਬਾਰਾ ਸਿਲੰਡਰ ਹੈ, ਪਰ ਇਹ ਸੈਂਟਰ 0 0 ਵਾਲਾ ਸਿਲੰਡਰ ਹੈ, ਅਤੇ ਰੇਡੀਅਸ 1, ਅਤੇ ਸਾਡੇ ਕੋਲ ਇਹ z XY ਦੇ ਇਕੁਅਲ ਹੈ। ਅਸੀਂ ਸਰਫੇਸ ਏਰੀਆ ਪ੍ਰਾਪਤ ਕਰਨਾ ਚਾਹੁੰਦੇ ਹਾਂ, ਇਸ ਲਈ ਇਹ ਪਿਛਲੀਆਂ ਉਦਾਹਰਣਾਂ ਨਾਲੋਂ ਬਹੁਤ ਸਰਲ ਹੈ। ਇਸ ਲਈ ਦੁਬਾਰਾ ਇਸ ਸਿਲੰਡਰ ਦਾ ਪ੍ਰੋਜੈਕਸ਼ਨ, ਕਿਉਂਕਿ ਸਿਲੰਡਰ ਉਸ ਸਰਫੇਸ ਨੂੰ ਕੱਟਦਾ ਹੈ, ਤਾਂ ਜੋ ਉਸ ਸਰਫੇਸ ਦਾ ਪ੍ਰੋਜੈਕਸ਼ਨ
XY ਪਲੇਨ ਤੇ ਹੋਰ ਕੁਝ ਨਹੀਂ ਪਰ ਸਰਕਲ ਹੋਵੇਗਾ, ਕਿਉਂਕਿ ਇਹ ਸਰਕੂਲਰ ਸਿਲੰਡਰ ਹੈ ਅਤੇ ਇਹ ਸਿਲੰਡਰ ਉੱਥੇ ਸਰਫੇਸ ਨੂੰ ਕੱਟ ਰਿਹਾ ਹੈ, ਇਸ ਲਈ ਇੱਥੇ ਇਹ ਪ੍ਰੋਜੈਕਸ਼ਨ ਹੋਵੇਗਾ। ਅਤੇ ਅਸੀਂ ਇਸ ਤੋਂ ਪ੍ਰਾਪਤ ਕਰ ਸਕਦੇ ਹਾਂ z xy ਇਹ ਪਾਰਸ਼ਲ ਡੈਰੀਵੇਟਿਵ x ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵ y ਦੇ ਸੰਬੰਧ ਵਿੱਚ ਜੋ ਕਿ ਇੱਥੇ ਕੰਪਿਊਟੇਸ਼ਨ ਲਈ ਫਾਰਮੂਲੇ ਵਿੱਚ ਲੋੜੀਂਦੇ ਹਨ। ਇਸ ਲਈ ਇਸ ਡੋਮੇਨ D ਤੇ ਜੋ ਇੱਥੇ ਦਿੱਤਾ ਗਿਆ ਹੈ ਅਤੇ ਫਿਰ ਸਾਡੇ ਕੋਲ ਹੈ ਸਕੁਏਅਰ ਰੂਟ 1 ਪਲਸ zx ਸਕੁਏਅਰ zy ਸਕੁਏਅਰ ਤਾਂ 1 ਪਲਸ x ਸਕੁਏਅਰ y ਸਕੁਏਅਰ ਅਤੇ dx dy ਅਤੇ ਪੋਲਰ ਕੋਆਰਡੀਨੇਟ ਵਿੱਚ ਜੇਕਰ ਅਸੀਂ ਇਸ ਨੂੰ ਬਦਲਦੇ ਹਾਂ ਤਾਂ ਅਸੀਂ ਇੱਥੇ ਸਰਕਲ ਲਈ ਪ੍ਰਾਪਤ ਕਰਾਂਗੇ 0 ਤੋਂ 2 ਪਾਈ r 0 ਤੋਂ 1 ਤੱਕ ਮੂਵ ਕਰਦਾ ਹੈ, ਇਸ ਪੁਆਇੰਟ ਤੋਂ ਲੈ ਕੇ ਇੱਥੇ ਐਗਜ਼ਿਟ ਪੁਆਇੰਟ ਤੱਕ ਜੋ ਕਿ ਸਰਕਲ r ਬਰਾਬਰ 0 ਤੋਂ 1 ਹੈ, ਅਤੇ ਸਾਡੇ ਕੋਲ ਸਕੁਏਅਰ ਰੂਟ 1 ਪਲਸ r ਸਕੁਏਅਰ ਹੈ, ਅਤੇ ਫਿਰ r d ਥੀਟਾ ਹੈ। ਤਾਂ ਅਸੀਂ ਇਸ ਨੂੰ ਦੁਬਾਰਾ ਆਸਾਨੀ ਨਾਲ ਇੰਟੀਗ੍ਰੇਟ ਕਰ ਸਕਦੇ ਹਾਂ, ਇਸ ਲਈ ਸਾਡੇ ਕੋਲ 1 ਪਲਸ ar ਸਕੁਏਅਰ ਅਤੇ ਇਹ ਪਾਵਰ ਹਾਫ ਸੀ। ਇਸ ਲਈ ਜਦੋਂ ਅਸੀਂ ਇੰਟੀਗ੍ਰੇਟ ਕਰਦੇ ਹਾਂ ਤਾਂ ਇੱਥੇ 1 ਜਸ ਜਾਵੇਗਾ ਤਾਂ ਸਾਡੇ ਕੋਲ 3/2 ਹੋਵੇਗਾ, ਅਤੇ ਇਹ ਹੋਵੇਗਾ 2/3 ਇਸ ਦੀ ਭਰਪਾਈ ਕਰਨ ਲਈ। ਅਤੇ ਫਿਰ ਸਾਡੇ ਕੋਲ ਇਹ ਲਿਮਿਟ 0 ਤੋਂ 1 ਹਨ, ਇਹਨਾਂ ਲਿਮਿਟਸ ਨੂੰ ਲਗਾ ਰਹੇ ਹਾਂ, ਅਤੇ ਫਿਰ ਇੱਥੇ ਕੋਈ ਥੀਟਾ ਨਹੀਂ ਹੈ, ਇਸ ਲਈ ਥੀਟਾ ਦੇ ਕਾਰਨ 2π/3 ਪ੍ਰਾਪਤ ਹੋਵੇਗਾ। ਇਸ 2 ਕੈਂਸਲ ਹੋ ਜਾਂਦਾ ਹੈ, ਇਸ ਲਈ 2e/3 ਅਤੇ ਸਾਡੇ ਕੋਲ ਇਹ ਹੈ ਜਦੋਂ ਅਸੀਂ r ਲਿਖਦੇ ਹਾਂ ਤਾਂ ਪਾਵਰ 3/2 ਅਤੇ ਜਦੋਂ 0 ਰੱਖਦੇ ਹਾਂ ਸਾਡੇ ਕੋਲ ਉੱਥੇ 1 ਹੈ ਤਾਂ ਇਹ ਉਹ ਇਸ ਸਰਫੇਸ xy ਦਾ ਸਰਫੇਸ ਏਰੀਆ ਹੈ ਜੋ ਕਿ ਇੱਥੇ ਸਿਲੰਡਰ ਵਿੱਚ ਹੀ ਹੈ ਜਿਸ ਦਾ ਰੇਡੀਅਸ 1 ਅਤੇ ਸੈਂਟਰ 0 ਹੈ। ਤਾਂ ਕਿ ਇਸ ਲਈ ਅਸੀਂ ਸਰਫੇਸ ਏਰੀਆ ਦੀ ਕੰਪਿਊਟੇਸ਼ਨ ਲਈ ਡਬਲ ਇੰਟੀਗਰਲ ਦੀ ਇਹ ਇੱਕ ਹੋਰ ਐਪਲੀਕੇਸ਼ਨ ਦੇਖੀ ਹੈ। ਅਤੇ ਇਸ ਆਸਾਨ ਫਾਰਮੂਲੇ ਦੀ ਮਦਦ ਨਾਲ ਜੋ ਹੈ ਸਕੁਏਅਰ ਰੂਟ 1 ਪਲਸ zx ਸਕੁਏਅਰ ਪਲਸ zy ਸਕੁਏਅਰ ਅਤੇ dz dy। ਸਿਰਫ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਇਸ ਇੰਟੀਗਰਲ ਦਾ ਇਹ ਡੋਮੇਨ xy ਪਲੇਨ ਵਿੱਚ ਉਸ ਸਰਫੇਸ ਦਾ ਪ੍ਰੋਜੈਕਸ਼ਨ ਹੈ ਜਾਂ ਸਾਡੇ ਕੋਲ ਹੈ, ਜਾਂ ਇਹ yz ਜਾਂ zx ਪਲੇਨ ਵਿੱਚ ਵੀ ਹੋ ਸਕਦਾ ਹੈ। ਇੱਕ ਵਾਰ ਜਦੋਂ ਸਾਡੇ ਕੋਲ ਉਹ ਪ੍ਰੋਜੈਕਸ਼ਨ ਹੁੰਦਾ ਹੈ, ਜੇਕਰ ਅਸੀਂ ਉਸ ਪ੍ਰੋਜੈਕਸ਼ਨ ਦੀ ਪਛਾਣ ਕਰਦੇ ਹਾਂ, ਲਿਮਿਟਸ ਲਗਾਉਣਾ ਬਹੁਤ ਸੌਖਾ ਹੋਵੇਗਾ ਅਤੇ ਅਸੀਂ ਇੰਟੀਗਰਲ ਨੂੰ ਕੰਪਿਊਟ ਕਰ ਸਕਦੇ ਹਾਂ। ਇਹ ਉਹ ਰੈਫਰੈਂਸ ਹਨ ਜੋ ਅਸੀਂ ਲੈਕਚਰ ਦੀ ਤਿਆਰੀ ਕਰਨ ਲਈ ਵਰਤੇ ਹਨ। ਅਤੇ ਤੁਹਾਡਾ ਬਹੁਤ ਧੰਨਵਾਦ।